ਅੱਜ ਸਾਡੇ ਨਾਲ ਜਿਹੜੀ ਮਹਿਮਾਨ ਸ਼ਖਸੀਅਤ ਮੌਜੂਦ ਹੈ, ਮੌਸੀਕੀ ਦੇ ਉਸਤਾਦ। ਬਹੁਤ ਸਾਰੇ ਕਾਲਜਿਸ ਦੇ ਵਿੱਚ ਨਾ ਸਿਰਫ ਬੱਚਿਆਂ ਨੂੰ ਕਲਾਸੀਕਲ ਮੌਸੀਕੀ ਦੀ ਤਾਲੀਮ ਦਿੱਤੀ, ਬਲਕਿ ਸਰਕਾਰੀ ਔਰ ਨਿੱਜੀ ਸਤਹ ਤੇ ਬਹੁਤ ਸਾਰੀਆਂ ਮਹਿਫਲਾਂ ਦੇ ਵਿੱਚ ਪਰਫਾਰਮ ਕਰਕੇ ਤੇ ਅਵਾਮੀ ਪਜ਼ੀਰਾਈ ਅਵਾਰਡ ਵੀ ਹਾਸਲ ਕੀਤਾ। ਮੌਸੀਕੀ ਦੇ ਹਵਾਲੇ ਨਾਲ ਜਾਣਿਆ ਪਹਿਚਾਨਿਆ ਘਰਾਣਾ ਉਸਤਾਦ ਸਲਾਮਤ ਅਲੀ ਖਾਨ ਸਾਹਿਬ। ਉਸਤਾਦ ਸਲਾਮਤ ਅਲੀ ਖਾਨ ਸਾਹਿਬ ਦੇ ਹਵਾਲੇ ਨਾਲ ਮੈਂ ਇਹ ਆਪਣੇ ਵੀਵਰਸ ਨੂੰ ਦੱਸਦਾ ਚੱਲਾਂ ਕਿ ਪਸਰੂਰ, ਜਿਹਨੂੰ ਪੁਰਸਰੂਰ ਵੀ ਕਿਹਾ ਜਾਂਦਾ ਹੈ, ਉਹਦੇ ਵਿੱਚ ਇਹ ਵਾਹਿਦ ਘਰਾਣਾ ਹੈ ਜਿਹੜਾ ਗੁਜ਼ਸ਼ਤਾ 40-45 ਸਾਲ ਤੋਂ ਕਲਾਸੀਕਲ ਮੌਸੀਕੀ ਦੀ ਦੁਨੀਆ 'ਚ ਨਾ ਸਿਰਫ ਆਪਣਾ ਨਾਮ ਬਣਾਇਆ, ਬਲਕਿ ਪਰਫਾਰਮ ਕਰਦੇ ਹੋਇਆ ਪਸਰੂਰ ਨੂੰ ਆਲਮੀ ਸਤਹ ਤੇ ਵੀ ਮੁਤਾਰਫ ਕਰਵਾਇਆ। ਇਹਨਾਂ ਦੇ ਨਾਲ ਗੁਫ਼ਤਗੂ ਦਾ ਸਿਲਸਿਲਾ ਵੀ ਜਾਰੀ ਰੱਖਦੇ ਹੋਇਆ ਮੌਸੀਕੀ ਦੀ ਕਿੱਥੋਂ ਇਹਨਾਂ ਨੇ ਸਿੱਖਿਆ, ਕਿੱਥੇ ਕਿੱਥੇ ਪਰਫਾਰਮ ਕੀਤਾ, ਕਿੱਥੇ ਕਿੱਥੇ ਬਤੌਰ ਉਸਤਾਦ ਇਹਨਾਂ ਨੇ ਫਰਾਇਜ਼ ਅੰਜਾਮ ਦਿੱਤੇ, ਇਹਦੇ ਨਾਲ ਵੀ ਗੱਲਬਾਤ ਹੋਏਗੀ। ਪੁਰਸਰੂਰ ਦੇ ਸੁਰ, ਮੈਂ ਵਾਂ ਅਸ਼ਫਾਕ ਰਹਿਮਾਨੀ ਤੇ ਤੁਸੀਂ ਵੇਖ ਰਹੇ ਹੋ ਡਿਜੀਟਲ ਪਸਰੂਰ ਨਿਊਜ਼ ਨੈਟਵਰਕ। ਆਓ ਚੱਲਦੇ ਹਾਂ ਅੱਜ ਦੇ ਪ੍ਰੋਗਰਾਮ ਵੱਲ।
ਮੌਸੀਕੀ ਇੱਕ ਤਹਿਜ਼ੀਬ ਹੈ ਤੇ ਇਹ ਤਹਿਜ਼ੀਬ ਕਿਸੇ ਦੌਰ ਦੇ ਵਿੱਚ ਹਰ ਘਰਾਣੇ 'ਚ ਬਕਾਇਦਾ ਤਾਲੀਮ ਦਾ ਹਿੱਸਾ ਹੁੰਦੀ ਸੀ। ਅੱਜ ਇਹ ਤਾਲੀਮ, ਇਹ ਤਰਬੀਅਤ ਸਾਨੂੰ ਥੋੜ੍ਹੀ ਜਿਹੀ ਮੱਧਮ ਨਜ਼ਰ ਆਉਂਦੀ ਹੈ। ਮੱਧਮ ਚੀਜ਼ ਦਾ ਮਤਲਬ ਯਕੀਨੀ ਤੌਰ 'ਤੇ ਵੇ ਕਿ ਮੌਜੂਦ ਹੈ, ਲੇਕਿਨ ਉਹਦੀ ਰੋਸ਼ਨਾਈ ਦੇ ਵਿੱਚ ਕੁਝ ਅਨਾਸਰ ਐਸੇ ਨੇ ਜਿਨ੍ਹਾਂ ਨੇ ਉਹਨੂੰ ਧੁੰਦਲਾ ਕੀਤਾ ਹੋਇਆ ਹੈ। ਪੁਰਸਰੂਰ ਸ਼ਹਿਰ ਦੇ ਅਸੀਂ ਵਾਸੀ ਹਾਂ। ਸਾਡੇ ਨਾਲ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਮੌਜੂਦ ਨੇ, ਜਿਹੜੇ 40 ਸਾਲ ਤੋਂ ਪਸਰੂਰ ਦੇ ਵਿੱਚ ਰਹਿੰਦੇ ਹੋਇਆਂ ਇਹਨਾਂ ਨੇ ਪਸਰੂਰ ਤੋਂ ਬਾਹਰ ਬਲਕਿ ਪਾਕਿਸਤਾਨ ਦੇ ਮੁਖਤਲਿਫ ਹਿੱਸਿਆਂ 'ਚ ਜਾ ਕੇ ਤੇ ਕਲਾਸੀਕਲ ਮੌਸੀਕੀ ਨੂੰ ਨਾ ਸਿਰਫ ਪਰਫਾਰਮ ਕੀਤਾ ਬਲਕਿ ਪਸਰੂਰ ਦਾ ਨਾਮ ਪਾਕਿਸਤਾਨ ਤੋਂ ਬਾਹਰ ਵੀ ਪਹੁੰਚਾਇਆ। ਅੱਜ ਅਸੀਂ ਇਹਨਾਂ ਨਾਲ ਮੌਸੀਕੀ, ਕਲਾਸੀਕਲ ਮੌਸੀਕੀ, ਮੌਸੀਕੀ ਦੀ ਤਾਲੀਮ, ਮੌਸੀਕੀ ਦੀ ਤਹਿਜ਼ੀਬ ਤੇ ਪੁਰਸਰੂਰ ਸ਼ਹਿਰ ਦੇ ਪੁਰਖਲੂਸ ਮਜ਼ਾਜ ਦੇ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਨਾਲ ਕਲਾਸੀਕਲ ਮੌਸੀਕੀ ਦੇ ਹਵਾਲੇ ਨਾਲ ਗੱਲ ਕਰਾਂਗੇ। ਅੱਜ ਜਿਹੜੀ ਗਹਿਮਾ ਗਹਿਮੀ ਹੈ ਉਹਦੇ ਵਿੱਚ ਜਿਹੜੀਆਂ ਆਵਾਜ਼ਾਂ ਦਬ ਗਈਆਂ ਨੇ, ਉਹਦੇ ਵਿੱਚ ਪੁਰਸਰੂਰ ਦਾ ਸਰੂਰ ਵੀ ਕਿਤੇ ਦਬ ਗਿਆ। ਅੱਜ ਅਸੀਂ ਉਸ ਸਰੂਰ ਨੂੰ ਤਲਾਸ਼ ਕਰਦੇ ਹੋਇਆ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਵੱਲ ਆਏ ਹਾਂ। ਇਹਨਾਂ ਦਾ ਤਾਰਫ ਗੁਫ਼ਤਗੂ ਦੇ ਨਾਲ ਨਾਲ ਜਾਰੀ ਰਹੇਗਾ। ਮੈਂ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਕੋਲੋਂ ਵੀਵਰਸ ਵਾਸਤੇ ਪੁੱਛਣਾ ਚਾਹਨਾ, ਮੌਸੀਕੀ ਵੱਲ ਇਹ ਤਾਂ ਸਾਨੂੰ ਪਤਾ ਹੈ ਕਿ ਇਹ ਗੁਰਾਨਾ ਜਿਹੜਾ ਹੈ, ਤੁਹਾਡੇ ਮਾਮੂ ਜਾਨ, ਤੁਹਾਡੇ ਤਾਇਆ ਜਾਨ, ਇਹ ਵੀ ਅਸੀਂ ਵੀਵਰਸ ਨੂੰ ਦੱਸਾਂਗੇ ਕਿਸ ਤਰ੍ਹਾਂ ਇਸ ਮੌਸੀਕੀ ਵੱਲ ਆਉਣ ਦਾ ਇਤਫਾਕ ਹੋਇਆ ਜੀ। ਮੈਂ ਜਨਾਬ, ਮੇਰੇ ਬਜ਼ੁਰਗ ਕਿ ਇੱਕ ਘਰਾਨਾ ਪਸਰੂਰ ਦਾ ਮਸ਼ਹੂਰ ਹੈ। ਸਾਡੇ ਮੇਰੇ ਮਾਮੂ ਔਰ ਨਾਨਕੇ ਨੇ ਔਰ ਦਾਦਕੇ ਵੀ ਮੇਰੇ, ਯਾਨੀ 3 ਭਾਈ ਸਨ। ਮੇਰੇ ਨਾਨਾ ਜੀ, ਮੇਰੇ ਦਾਦਾ ਜੀ ਤੇ ਮਾਮੂ ਮੇਰੇ ਰੇਡੀਓ ਸਟੇਸ਼ਨ ਮੁਜ਼ੱਫਰਾਬਾਦ, ਬੜੇ ਮਾਮੂ ਉਸਤਾਦ ਅੱਲਾ ਦਿੱਤਾ ਖਾਨ ਸਾਹਿਬ ਸਰਗੀ ਵਾਲੇ ਜੀ, ਉੱਥੇ ਰਹੇ ਨੇ। ਤੇ ਮੈਂ ਇੱਥੇ ਮੇਰੇ ਮਾਮੂ ਸਨ 2 ਤੇ ਉਹਨਾਂ ਦੀ ਤਰਬੀਅਤ ਹਾਸਲ ਕੀਤੀ। ਇੱਕ ਦੇ ਕੋਲੋਂ ਤਬਲੇ ਦੀ ਤਾਲੀਮ ਲਈ, ਫਿਰ ਹਾਰਮੋਨੀਅਮ ਦੀ, ਔਰ ਜੋ ਵੀ ਮੈਂ ਸਿੱਖ ਨਹੀਂ ਸਕਿਆ ਉਹਨਾਂ ਕੋਲੋਂ, ਜੋ ਕੁਛ ਹੈ ਸੀ ਉਹਨਾਂ ਕੋਲ। ਤੇ ਬਸ ਇਸੇ ਤਰ੍ਹਾਂ ਹੀ ਮੇਰੇ ਮਾਮੂ ਉਸਤਾਦ ਅਲੀ ਬਖਸ਼ ਖਾਨ ਸਾਹਿਬ ਜੀ, ਉਹਨਾਂ ਦੇ ਨਾਲ ਮੈਂ ਵਕਤ ਜ਼ਿਆਦਾ ਗੁਜ਼ਾਰਿਆ ਜੀ। ਤੇ ਮਾਮੂ ਆਪਣੇ ਕੋਲੋਂ ਸਿੱਖਿਆ ਨਾ, ਤੇ ਕਾਫੀ ਦੇਰ ਤੋਂ ਬਾਅਦ 'ਚ ਮੈਂ ਤਬਲਾ ਵੀ ਵਜਾਇਆ ਥੋੜ੍ਹਾ ਅਰਸਾ। ਬਾਅਦ 'ਚ ਮੇਰੇ ਮਾਮੂ ਖੁਦ ਕਹਿਣ ਲੱਗੇ, ਭਾਈ ਤਬਲਾ ਠੀਕ ਹੈ, ਬਾਕੀ ਹਾਰਮੋਨੀਅਮ ਤੁਸੀਂ ਪਲੇ ਕਰਿਆ ਕਰੋ, ਕਿਉਂਕਿ ਉਹ ਮੇਰੇ ਤੱਕ ਹੀ ਤੇ ਅੱਗੋਂ ਜਿਹੜਾ ਨਾ ਇਹ ਜਾਰੀ ਰਹਿਣਾ ਚਾਹੀਦਾ ਹੈ। ਉਹ ਫਿਰ ਮੈਂ ਸ਼ੁਰੂ ਕਰ ਲਿਆ ਉਹਨਾਂ ਦੀ ਮਿਹਰਬਾਨੀ ਨਾਲ। ਉਹ ਕਾਫੀ ਮੇਰੇ ਪਸੂਰ ਦੇ ਵਿੱਚ ਸਾਰੇ ਜਾਣਦੇ ਨੇ, ਮੇਰੇ ਸ਼ਾਗਿਰਦ ਵੀ ਹੈ ਨੇ। ਤੇ ਔਰ ਫੈਸਲ ਭੱਟ ਸਾਹਿਬ ਸਨ, ਬਹੁਤ ਚੰਗੇ ਮੇਰੇ ਸ਼ਾਗਿਰਦ, ਅੱਛੇ ਮਹਿਫਲਾਂ ਦੀ ਜਾਨ। ਤੇ ਕਾਫੀ ਮੈਂ ਸਾਹਿਬ ਗਾਉਂਦਾ ਰਿਹਾ। ਬਾਅਦ 'ਚ ਮੈਂ ਫਿਰ ਚਲਾ ਗਿਆ ਇਸਲਾਮਾਬਾਦ F84 कॉलेज सी गवर्नमेंट का, उसमें ज्वाइन कर लिया। म्यूज़िक टीचर यहाँ थे जी, घोड़ा गली ये वो सारे मामला जिन्हें भी आए थे, फंक्शन भी वगैरह किए, आर्ट कौंसलों रेडियो स्टेशन पे भी PTV पे भी अच्छे अच्छे लोग भी हुए ने, बड़े बड़े चंगे लोग हुए ने। उस्ताद सलामत अली खान साहब हुए ने, शाम चौरासी वाले जी, और उस्ताद फतेह अली खान साहब, अमानत अली खान साहब जी जी जी, बहुत नायाब लोग सन जी। उदों असी बच्चे सन तो उन्होंने रिकार्डिंग वगैरह सुनते सन। और मेरे जेह्ड़े मामू सन गायक भी सन, तबला भी जानते, सरंगी भी जानते सन जी। ते बाकी तिन्ने मामू मेरे सरंगी भी जानते सन, तबला भी जानते सन, गायक भी सन। तो बस उन्होंने ऐसा शहर नाल प्यार सी, शहर नूं उन्हां दे नाल सी, वो बाहर नहीं जा सके, वध नहीं सके, उत्थे दे उत्थे ही रह गए जी। मैं बड़े अरसे के बाद मैं भी इत्थे ही बड़ा अपना जिंदगी
ਸੂਰਤ ਜ਼ਿਆਦਾ ਤੇ ਕੁਛ 20-25 ਸਾਲ ਤੋਂ ਮੈਂ ਰਾਵਲਪਿੰਡੀ ਇਸਲਾਮਾਬਾਦ ਉੱਥੇ ਜਾ ਕੇ ਪਰਫਾਰਮ ਕੀਤੀ ਤੇ ਚਲੋ ਆਪਣੇ ਬਜ਼ੁਰਗਾਂ ਦਾ ਪਹਿਲਾ ਕੀਤਾ ਜੀ ਤੇ ਐਸਾ ਮਸਲਾ ਹੈ ਜੀ। ਸਾਡੇ ਨਾਲ ਉਸਤਾਦ ਸਲਾਮਤ ਅਲੀ ਖਾਨ ਸਾਹਿਬ, ਮੈਂ ਆਪਣੇ ਵੀਵਰਸ ਨੂੰ ਇਹ ਦੱਸਣਾ ਚਾਹਨਾ ਕਿ ਇਹ ਕੋਈ ਬਹੁਤ ਪੁਰਾਣੀ ਗੱਲ ਨਹੀਂ, ਇਹ ਕੋਈ 2 ਦਹਾਈਆਂ ਪਹਿਲੇ ਦੀ ਗੱਲ ਹੈ। ਹਕੂਮਤ ਪਾਕਿਸਤਾਨ ਦੇ ਜ਼ੇਰੇ ਇੰਤਜ਼ਾਮ ਮਹਿਕਮਾ ਐਜੂਕੇਸ਼ਨ ਦੇ ਵਿੱਚ ਖਾਸ ਤੌਰ ਤੇ ਮੁਖਤਲਿਫ ਸਕੂਲਾਂ ਤੇ ਕਾਲਜਾਂ ਦੇ ਵਿੱਚ ਬਕਾਇਦਾ ਮੌਸੀਕੀ ਦੀ ਤਾਲੀਮ ਵਾਸਤੇ ਉਸਤਾਦ ਰੱਖੇ ਜਾਂਦੇ ਸਨ। ਸਾਡੇ ਕੋਲ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਬੱਚਿਆਂ ਨੂੰ ਕਾਲਜ ਮੌਸੀਕੀ ਪੜ੍ਹਾਉਣ ਦਾ 20-25 ਸਾਲ ਦਾ ਇਹਨਾਂ ਦਾ ਤਜਰਬਾ, ਬਹੁਤ ਸਾਰੇ ਅਵਾਰਡ ਹਾਸਲ ਕੀਤੇ, ਬਹੁਤ ਸਾਰੀਆਂ ਮਹਿਫਲਾਂ ਦੇ ਵਿੱਚ ਅਵਾਮੀ ਪਜ਼ੀਰਾਈ ਅਵਾਰਡ ਹਾਸਲ ਕੀਤਾ ਤੇ ਅੱਜ
ਇਹਨਾਂ ਦੇ ਨਾਲ ਬੈਠਕ ਦਾ ਇੱਕ ਖਾਸ ਮਕਸਦ ਹੈ ਵੇ ਕਿ ਅੱਜ ਨੌਜਵਾਨ ਜਿਹੜੇ ਟਿਕਟੌਕ ਤੇ ਜਾਂ ਸੋਸ਼ਲ ਮੀਡੀਆ ਤੇ ਮੌਜੂਦ ਨੇ, ਖਾਨ ਸਾਹਿਬ ਜ਼ਾਤੀ ਤੌਰ ਤੇ ਇਹ तमाम ਯੂਥ ਜਿਹੜੀ ਆਪਣੇ ਆਪਣੇ ਅੰਦਾਜ਼ 'ਚ ਲੱਗੀ ਏ, ਇਹਨਾਂ ਦਾ ਪੈਗਾਮ ਆਮ ਹੈ ਕਿ ਅਸੀਂ ਇੱਕ ਪਸਰੂਰ ਦੀ ਸਤ੍ਹਾ ਤੇ ਔਰ ਲਾਹੌਰ ਦੀ ਸਤ੍ਹਾ ਤੇ, ਦੋਨਾਂ ਸਤ੍ਹਾ ਤੇ ਪਸਰੂਰ ਆਈਡਲ ਦੇ ਨਾਂ ਤੋਂ, ਪਾਕਿਸਤਾਨ ਆਈਡਲ ਦੇ ਨਾਂ ਤੋਂ ਇੱਕ ਬਕਾਇਦਾ ਸੈਟਅਪ ਇਹਨਾਂ ਦਾ ਮੌਜੂਦ ਹੈ। ਬੱਚੇ ਜਿਹੜੇ ਸੋਸ਼ਲ ਮੀਡੀਆ ਤੇ ਪਰਫਾਰਮ ਕਰਨਾ ਚਾਹੁੰਦੇ ਨੇ ਔਰ ਗੁਲੂਕਾਰੀ ਹੈ, ਉਹਨਾਂ ਦੇ ਕੋਲ ਅਦਾਕਾਰੀ ਹੈ, ਕੁਝ ਵੀ ਹੈ, ਇਹ ਖਾਨ ਸਾਹਿਬ ਨੂੰ ਬਕਾਇਦਾ ਕਲਾਸੀਕਲ ਮੌਸੀਕੀ ਦੀ ਤਾਲੀਮ ਹਾਸਲ ਕਰ ਸਕਦੇ ਨੇ। 2 ਮਹੀਨੇ 3 ਮਹੀਨੇ ਇਹ ਬਕਾਇਦਾ ਛੋਟੇ ਛੋਟੇ ਕੋਰਸਿਸ ਐਸੇ ਨੇ ਜਿਹੜਾ ਬੁਨਿਆਦੀ ਤਾਲੀਮ ਜਿਹੜੀ ਹੈ ਕਲਾਸੀਕਲ ਮੌਸੀਕੀ ਦੀ ਉਹ ਹਾਸਲ ਕੀਤੀ ਜਾ ਸਕਦੀ। ਖਾਨ ਸਾਹਿਬ पंजाबी गीत पेश कर रहे हैं। उन्होंने गीत लिखा है पंजाबी शायर ने काफी जरूर खालिद महमूद आसी साहब का एक गीत है, इस वक्त मेरे याद है, मैं पेश कर मेरे
ਖਾਨ ਸਾਹਿਬ, ਤੁਸੀਂ ਬਤੌਰ ਉਸਤਾਦ ਪਰਫਾਰਮ ਕੀਤਾ, ਕੀ ਸਮਝਦੇ ਅੱਜ ਦੇ ਮਾਹੌਲ ਦੇ ਮੁਤਾਬਕ? ਸਾਨੂੰ ਇਹ ਲੱਗਦਾ ਹੈ ਕਿ ਹਕੂਮਤੀ ਸਰਪ੍ਰਸਤੀ ਥੋੜੀ ਜਿਹੀ ਘਟ ਗਈ ਹੈ। ਜੀ। ਕੋਈ ਮੈਸੇਜ ਦੇਣਾ ਚਾਹੋ ਸਰਕਾਰ ਨੂੰ? ਜੀ ਬਿਲਕੁਲ ਜੀ ਜਾਂਗੇ, ਕਿਉਂਕਿ ਕੰਮ ਹੀ ਸਾਡਾ ਐਸਾ ਵੇ, ਆਰਟ ਦਾ ਕੰਮ ਹੈ। ਜੀ। ਸਿਰਫ ਇਹ ਵੀ ਕਿ ਹਕੂਮਤ ਵੱਲੋਂ ਸਰਪ੍ਰਸਤੀ ਥੋੜੀ ਸਾਰੀ ਹੋਵੇ ਤੇ ਮੁਆਸ਼ਰਾ ਇਸ ਤਰ੍ਹਾਂ ਦਾ ਵੇ ਕਿ ਬਗੈਰ ਇੱਥੇ ਕੋਈ ਕੁਛ ਕਰਨ ਦੇ ਨਹੀਂ ਕੋਈ ਸਿਲਸਿਲਾ ਚੱਲ ਸਕਦਾ। ਤੇ ਉਹ ਸਾਡਾ ਇਹ ਸੀ ਕਿ ਮੈਂ ਇੱਥੇ ਅਰਸਾ ਗੁਜ਼ਾਰਿਆ, ਕਦੀ ਕਿਸੇ ਨੂੰ ਫਰਮਾਇਸ਼ ਨਹੀਂ ਕੀਤੀ ਜੀ ਜੀ ਕਿ ਸਾਡੇ ਵਾਸਤੇ ਤੁਸੀਂ ਇਹ ਕਰੋ ਇਹ ਕਰੋ, ਕਿਉਂਕਿ ਮੇਰੇ ਸਾਰੇ ਮੈਨੂੰ ਜਾਣਦੇ ਨੇ, ਸਾਰੇ ਅਫਸਰਾਂ ਨੂੰ ਜਾਣਦੇ ਨੇ ਕਸੂਰ ਦੇ ਮੈਨੂੰ, ਤੇ ਜ਼ਰੂਰਤ ਨਹੀਂ ਸੀ ਮੈਨੂੰ ਕਹਿਣ ਦੀ। ਬਹਰਹਾਲ ਮੇਰਾ ਵੀ ਹੱਕ ਬਣਦਾ ਹੈ, ਜੋ ਡਿਮਾਂਡ ਹੋਵੇ ਜੀ ਜੀ ਜਾਂ ਖੁਆਇਸ਼ ਹੋਵੇ, ਸਾਡਾ ਵੀ ਦਿਲ ਕਰਦਾ ਹੈ ਕਿ ਅਸੀਂ ਵੀ ਦੁਨੀਆ ਦੇ ਵਿੱਚ ਰਹਿ ਕੇ ਜੀ ਆਪਣੇ ਕਸੂਰ ਦਾ ਨਾਮ ਰੋਸ਼ਨ ਕਰੀਏ, ਔਰ ਇਹਦੇ ਵਾਸਤੇ ਹਲਫ ਚਾਹੀਦੀ ਹੈ ਹਾਂਜੀ, ਤੇ ਅਹਿਸਾਸ ਚਾਹੀਦਾ ਹੈ ਹਕੂਮਤ ਦਾ ਵੀ, ਅਦਾਰਿਆਂ ਦਾ ਵੀ, ਤਾਂ ਕਿ ਅਸੀਂ ਆਪਣੇ ਬੱਚੇ ਨੇ ਭਾਂਜੇ ਨੇ, ਸ਼ੌਕ ਹੈ ਬੱਚਿਆਂ ਨੂੰ, ਬਾਕੀ ਉਹ ਮਾਹੌਲ ਵੇਖ ਕੇ ਨਾ ਫਿਰ ਉਹਨਾਂ ਦੀ ਰੂਹ ਮਾਰੇ ਜਾਂਦੇ ਨੇ ਕਿ ਜ਼ੌਕ ਹੀ ਨਹੀਂ ਕਿਸੇ ਨੂੰ, ਜੀ ਕੋਈ ਸ਼ੌਕ ਹੀ ਨਹੀਂ, ਨਾ ਕੋਈ ਪਜ਼ੀਰਾਈ ਕਰਨ ਵਾਲਾ ਹੈ ਹਾਂਜੀ, ਕੋਈ ਗਾਈਡ ਨਹੀਂ ਕਰਨ ਵਾਲਾ। तो ये मौसीकी शुगल नहीं हैगा, ये शुगल नहीं, ये अता होंदी है। तो मेरा ख्याल है अल्लाह पाक की जिन्हों अता होवे जिस बंदे नूं भी ਉਹਦੀ कदर करनी चाहिए जी। तो देखो ना अकरम राई है जी, तो जैसा भी गाँदा है जी अल्लाह की अता है, असीं उसकी इज्जत करने जी जी, अल्लाह उसदे ते राजी है, ठीक है, अल्लाह ने उन्हें इज्जत दी है। तो इसी तरह हर एक दे इज्जत वास्ते दुआ करने कि सारे जुदे रहन, ते आर्ट जड़ा ना मरना नहीं चाहिए। ते अच्छे अच्छे लोग घराने वाले लोग जड़े ने, कुछ ऐसी चीज़ां ने कि छुपे हुए लोग ने, उन्होंने किसी पूछया नहीं, कभी पजीरा ही नहीं की उन्होंने। हुकूमत का भी ठीक है, पर हाल अगे जोड़े अदारे ने, ये आर्ट कौंसल है, ਉਹਦਾ ਨਾਂ ਹੀ ਆਰਟ ਕੌਂਸਲ ਹੈ ਜੀ, ਉਹ ਆਰਟ ਵਾਸਤੇ ਬਣੀ ਹੈ। ਤੇ ਮੈਂ ਆਰਟ ਕੌਂਸਲਾਂ 'ਚ ਵੀ ਗਿਆ ਹਾਂ ਕਿ ਉੱਥੇ ਹੁਣ ਸੂਟਾਂ ਦੇ ਕੰਮ ਹੋ ਰਹੇ ਨੇ, ਤੇ ਆਪਣਾ ਕੀ ਉਹਦਾ ਨਾਂ ਜੀ, ਨੁਮਾਇਸ਼ਾਂ ਲੱਗ ਰਹੀਆਂ ਨੇ ਜੀ ਜੀ। ਤੇ ਆਰਟ ਉਹ ਵੀ ਆਰਟ ਹੀ ਹੈ, ਪਰ ਹਾਲ ਮੌਸੀਕੀ ਦੇ ਜਿਹੜਾ ਨਾ ਉਹ ਦਬਾਉਣਾ ਨਹੀਂ ਚਾਹੀਦਾ। ਆਰਟਿਸਟ ਜਿਹੜਾ ਹੁੰਦਾ ਹੈ ਨਾ, ਉਹ ਤੇ ਆਰਟ ਸਿੱਖਿਆ ਜਾਂਦਾ ਨਾ, ਤੇ ਮੌਲਾ ਨੇ ਜਿਨ੍ਹਾਂ ਨੂੰ ਉਤਾਰ ਕੀਤਾ ਹੈ जी, कम से कम उन्होंने दिलादारी नहीं करनी चाहिए। मेरी रिक्वेस्ट है हुकूमत के लिए और अदारियां के लिए, मेहरबानी करो, क्योंकि असी लोग हाँ कि मरूदा की रेहड़ी मैं नहीं ला सकता है जी, ते चावल असी नहीं बेच सकते, जिन्नी रेहड़ियां असी नहीं ला सकते। साडा एक काम ही ऐसा है कि सानू लोग समझते हैं कि जी यह बाजा बजाते हैं, मौसीकी करते हैं, उस सानू झाका लगता है। कोई भी ऐसा काम करिए तो साढ़े वास्ते नहीं ठीक जी। तो चलो यार, कुदरत को सानू शौक है गया इस पासे, ते नाले असीं करन वाले दी धीआं पुत्तरां जी। आर्ट सी साडा विरसा है मौसीकी, तो साडी यानी हल्फ होनी चाहिए हर पासों। जिंदगी के चैलेंज सामने खड़े हैं, जिंदगी के चैलेंज का दामन पकड़ के झंझोड़ और वक्त से अपनी कीमत मांग कि मैं हूं देखो। अच्छा जी, वेलकम जी, वेलकम बैक। वीवर्स, असी गुफ्तगू कर रहे सां उस्ताद सलामत अली खान साहब नाल।
ਕਦੀ ਐਸਾ ਮੌਕਾ ਮਿਲਿਆ ਹੈ ਕਿ ਕਿਸੇ ਨੇ ਤੁਹਾਨੂੰ ਕਿਹਾ ਹੈ ਕਿ ਅੱਛਾ ਜੀ ਇਹ ਸਰਕਾਰੀ ਖਾਤੇ ਵਿੱਚ ਤੁਹਾਡੀ ਵੀ ਐਂਟਰੀ ਹੈ? ਕਦੇ ਕੋਈ ਐਸਾ ਇਤਫਾਕ ਹੋਇਆ ਹੈ, ਕੋਈ ਕਾਮਯਾਬੀ ਨਾਕਾਮੀ, ਕਿ ਕਦੀ ਇਸ ਤਰ੍ਹਾਂ ਦਾ ਕੋਈ ਸੁਨੇਹਾ ਮਿਲਿਆ ਵੀ ਨਹੀਂ ਤੁਹਾਨੂੰ? ਜੀ ਮਿਲੇ ਹੈ ਨੇ। ਔਰ ਦੇਖੋ ਨਾ, ਮੈਂ ਗੌਰਮੈਂਟ ਦੇ ਕਾਲਜ 'ਚ ਸਾਂ ਜੀ, ਔਰ ਕਈ ਬੰਦੇ ਉੱਥੇ ਅਫਸਰਾਨ ਸਨ ਬੇਬਾ, ਤੇ ਮੈਂ ਉੱਥੇ ਕਾਫੀ ਅਰਸਾ ਕੰਮ ਕੀਤਾ ਹੈ। ਤੇ ਇਹ ਮੈਂ ਤੇ ਅਸਲ ਦੇ ਕੰਮ ਆਰਟ ਕਰਨਾ ਸੀ ਜੀ ਜੀ, ਤੇ ਮੈਂ ਡਿਮਾਂਡ ਵੀ ਕੀਤੀ ਇੱਕ ਦੋ ਵਾਰ। ਬਾਅਦ 'ਚ ਫਿਰ ਬੜੀ ਮਿਹਰਬਾਨੀ ਉਹਨਾਂ ਦੀ, ਸਰਦਾਰੀ ਸਾਹਿਬ ਆ ਗਏ, ਉਹਨਾਂ ਕੋਲ 80,000 ਬੰਦਾ ਫਰਕ ਕੀਤਾ ਡੇਲੀ ਬੇਸਕ ਦਾ। ਤੋ ਸਣੇ ਮੈਂ ਸਾਂ ਜੀ, ਉੱਥੋਂ ਸਾਰੇ ਚਲੇ ਗਏ ਕਾਲਜਾਂ ਵਿੱਚੋਂ। ਤਾਂ ਸਾਂ ਡਿਮਾਂਡ ਮੈਂ ਬਾਅਦ 'ਚ ਵੀ ਜਾਂਦਾ ਰਿਹਾ, ਉੱਥੇ ਜਾਂਦਾ ਰਿਹਾ, ਡਾਇਰੈਕਟਰੇਟ ਜਾਂਦਾ ਰਿਹਾ, ਮੈਂ ਜਾ ਕੇ ਬੜੇ ਰਿਕੁਐਸਟ ਕਰਦੇ। ਪ੍ਰਿੰਸੀਪਲ ਮੈਨੂੰ ਜਿੰਨੇ ਵੀ ਇਸਲਾਮਾਬਾਦ ਨੇ ਸਾਰੇ ਜਾਣਦੇ ਜੀ। ਟੀਚਰਾਂ ਨੇ ਵੀ ਬੜੀ ਫਰਮਾਇਸ਼ ਕੀਤੀ ਤੇ ਇਹਨਾਂ ਦਾ ਆਰਟਿਸਟ ਆਦਮੀ, ਤੇ ਇਹਨਾਂ ਨੂੰ ਕਿਤੇ ਪ੍ਰੋਜੈਕਟ ਕਰੋ ਜੀ। ਬਹਰਹਾਲ ਅੱਗੋਂ ਦੌਰ ਹੀ ਹੋਰ ਸ਼ੁਰੂ ਹੋ ਗਿਆ ਸਰ ਜੀ। ਮੈਂ ਹੁਣ ਮਸਰੂਰ ਹੀ ਹਾਂ ਇਸ ਵੇਲੇ, ਕੋਈ ਮੇਰਾ ਜ਼ਰੀਆ ਨਹੀਂ ਜੀ। ਤੇ ਮੈਨੂੰ ਮਾਣ ਹੈ ਸਾਰੇ ਆਪਣੇ ਪਾਕਿਸਤਾਨ ਤੇ ਵੀ, ਔਰ ਸਾਰੇ ਆਪਣੇ ਜਿੰਨੇ ਵੀ ਹੈ ਨੇ ਅਫਸਰਾਨ ਤੇ ਵੀ ਜੀ ਮੇਰੀ ਇੱਜ਼ਤ ਕਰਦੇ ਨੇ। ਠੀਕ ਹੈ, ਮੈਂ ਵੀ ਉਹਨਾਂ ਦੀ ਕਰਨਾ। ਬਹਰਹਾਲ ਕੁਛ ਹੋਰ ਵੀ ਚੀਜ਼ਾਂ ਹੈ ਨਾ, ਪਿਆਰ ਸੇ ਜ਼ਰੂਰੀ ਕਈ ਕੰਮ ਹੈ ਵਾਹ ਜੀ। ਤੇ ਇਹੋ ਹੀ ਮੇਰੀ ਰਿਕੁਐਸਟ ਹੈ ਕਿ ਯਾਰ ਜਿਸ ਤਰ੍ਹਾਂ ਲੋਕਾਂ ਨੂੰ ਤੁਸੀਂ ਪਜ਼ੀਰਾ ਹੀ ਦਿੰਦੇ ਹੋ, ਇਹ ਕ੍ਰਿਕਟਰ ਨੇ ਜਾਂ ਫੁੱਟਬਾਲ ਹੈ ਜਾਂ ਕੋਈ ਵੀ ਖੇਲ, ਠੀਕ ਹੈ ਰਹਿਣ, ਬਾਕੀ ਹੋਰ ਵੀ ਚੀਜ਼ਾਂ ਹੈ ਨੇ ਇੱਥੇ, ਉਹਨਾਂ ਨੂੰ ਗਾਈਡ ਕਰਨਾ ਚਾਹੀਦਾ। ਅੱਛਾ ਉਸਤਾਦ ਜੀ, ਕੋਈ ਜ਼ਿੰਦਗੀ ਦਾ ਕੋਈ ਐਸਾ ਖੁਸ਼ਗਵਾਰ ਵਾਕਿਆ, ਤੁਸੀਂ ਜ਼ਾਹਿਰ ਹੈ ਬਹੁਤ ਜਗ੍ਹਾ ਤੇ ਪਰਫਾਰਮ ਕਰਨ ਗਏ, ਮੁਖਤਲਿਫ ਅੱਛੇ ਲੈਵਲ ਦੇ, ਜਿਸ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਸਾਡੇ ਕੋਲ ਬਹੁਤ ਸਾਰੀਆਂ ਐਸੀਆਂ ਮਿਸਾਲਾਂ ਮੌਜੂਦ ਨੇ ਕਿ ਬਲਦੀਆ ਕਸੂਰ ਦੇ ਵਿੱਚ ਤਕਰੀਬਨ 25-30 ਸਾਲ ਤੋਂ ਤੁਸੀਂ ਜਿਹੜੇ ਵੀ ਵੱਡੇ ਤਿਉਹਾਰ, ਕੌਮੀ ਤਿਉਹਾਰ ਨੇ, ਉਹਦੇ ਤੁਸੀਂ ਪਰਫਾਰਮ ਕਰਦੇ ਹੋ। ਕੋਈ ਐਸਾ ਖੁਸ਼ਗਵਾਰ ਵਾਕਿਆ ਕੋਈ ਯਾਦ ਆ ਰਿਹਾ ਹੋਏ ਕਿ ਯਾਰ ਕੈਸਾ ਇਹ ਜ਼ਬਰਦਸਤ ਮਾਹੌਲ ਸੀ ਕਿ ਲੋਕ ਬੜੀ ਪਿਜ਼ਰਾਈ ਹੁੰਦੀ ਸੀ ਇਸ ਚੀਜ਼ ਦੀ, ਕੋਈ ਵਾਕਿਆ ਕੋਈ ਐਸਾ ਯਾਦ ਆ ਰਿਹਾ ਹੋਏ? ਜੀ ਮੈਂ ਅਰਜ਼ ਕਰ ਦੇਣਾ ਕਿ 14 ਅਗਸਤ ਔਰ 6 ਸਤੰਬਰ ਜੀ ਤਕਰੀਬ ਹੁੰਦੀ ਸੀ ਸਾਡੇ ਬਲਦੀਆ ਕਸੂਰ, ਔਰ ਬਾਕਾਇਦਾ ਸਾਨੂੰ ਦਾਵਤਾਂ ਦਿੱਤੀਆਂ ਜਾਂਦੀਆਂ ਸਨ ਕਿ ਤੁਸੀਂ ਆਉਣਾ ਹੈ, ਜੀ, ਤੁਸੀਂ ਸ਼ਮੂਲੀਅਤ ਕਰਨੀ। ਔਰ MP ਵਗੈਰਾ ਜਿੱਥੇ ਵੀ ਹੈ ਸਨ, ਸਾਨੂੰ ਦਾਵਤਾਂ ਹੁੰਦੀਆਂ ਸਨ ਤੇ ਅਸੀਂ ਜਾਂਦੇ ਸਾਂ ਜੀ। ਤੇ ਔਰ ਬੜੇ ਬੜੇ ਫਨਕਾਰ ਇੱਥੇ ਗਾ ਕੇ ਟੁਰ ਗਏ ਨੇ ਜੀ ਜੀ, ਤਬਲੇ ਵੱਜੇ ਨੇ, ਸਰੰਗੀਆਂ ਵੱਜੀਆਂ ਨੇ, ਔਰ ਬੜਾ ਬੜਾ ਜਸ਼ਨ ਹੋਇਆ। ਤੇ ਇਹ ਵੀ ਮੈਂ ਅਰਜ਼ ਕਰਨਾ ਕਿ ਹੁਣ ਨਹੀਂ ਹੋਰ ਨਹੀਂ ਦੌੜ ਰਿਹਾ, ਪਹਿਲੇ ਹੈ ਸੀ, ਬੜੀ ਮੌਜ ਸੀ, ਬਿਹਤਰੀਨ ਗਾਣਾ ਵੀ ਲੋਕੀ ਸੁਣਦੇ ਸਨ ਜ਼ੌਕ ਦੇ ਨਾਲ। ਵੇਖੋ ਅਫਸੋਸ ਇਹ ਵੇ ਕਿ ਹਰ ਸ਼ਹਿਰ ਦੇ ਵਿੱਚ ਇੱਕ ਅਕੈਡਮੀ ਹੈ, ਕਿ ਸਿਰਫ ਕਸੂਰ 'ਚ ਕੋਈ ਅਕੈਡਮੀ ਨਹੀਂ ਹੈ ਜੀ। ਤੇ ਬਾਰ ਬਾਰ ਇਹੋ ਹੀ ਹੈ ਕਿ ਰਿਕੁਐਸਟ ਕੀਤੀ ਅਸਾਂ ਕਿ ਚਲੋ ਯਾਰ ਕੁਛ ਨਾ ਕੁਛ ਛੋਟਾ ਜਿਹਾ ਅਦਾਰਾ ਹੋਣਾ ਚਾਹੀਦਾ ਕਿ ਜਿੱਥੇ ਅਸੀਂ ਵੀ ਕੋਈ ਰਿਸਪਾਂਸ ਕਰ ਸਕੀਏ ਜਾਂ ਕਿਸੇ ਨੂੰ ਦੇ ਸਕੀਏ, ਕਿ ਆਪਣਾ ਕੰਮ ਤੇ ਲੱਗੀਏ ਤੇ ਕੋਈ ਰੁਜ਼ਗਾਰ ਬਣ ਜਾਏ ਐਸਾ ਗੁਜ਼ਾਰੇ ਵਾਸਤੇ। ਤੇ ਇਹੋ ਹੀ ਕਿਉਂਕਿ ਬੜੇ ਬੜੇ ਅੱਛੇ ਪ੍ਰੋਗਰਾਮ ਕੀਤੇ ਨੇ, ਬੜੇ ਬੜੇ ਹਾਈ ਕਲਾਸ ਦੇ ਪ੍ਰੋਗਰਾਮ ਕੀਤੇ ਨੇ ਸਭ ਇੱਥੇ। 14 ਅਗਸਤ ਦੇ ਬੜੇ ਬੜੇ ਸਬਜ਼ ਮੰਡੀ ਔਰ ਮੈਰਜਾਲ ਸਿਟੀ ਮੈਰਜਾਲ ਉੱਥੇ ਬੜੇ ਪ੍ਰੋਗਰਾਮ ਹੋਏ ਨੇ, ਪਹਿਲੇ ਹੈ ਸਨ, ਉਹ ਜਿਹੜੇ ਹੋਏ ਦੇ ਨੇ ਬਸ ਉਹ ਹੀ ਨੇ, ਮੁੜ ਕੇ ਨਹੀਂ। ਹੁਣ ਇਹ ਪਿੱਛੇ ਜੀ 14 ਅਗਸਤ ਲੰਘੀ ਹੈ, ਤੁਸੀਂ ਉੱਥੇ ਸਿਰਫ ਬੈਠ ਕੇ ਆ ਗਏ। ਅਫਸੋਸ ਲੱਗਦਾ ਕਿ ਯਾਰ ਆਪਣੇ ਜੀ ਆਪਣੇ ਸਾਡਾ ਸ਼ਹਿਰ ਅਸੀਂ ਕਦੇ ਨਹੀਂ ਲੋਕ ਹਾਂ ਤੇ ਪੁੱਛੇ ਨਾ ਕੋਈ ਪਿੱਛੇ ਨਾ, ਤੇ ਦੁੱਖ ਲੱਗਦਾ ਹੈ। ਠੀਕ ਹੈ, ਇਹ ਸਾਰੇ ਲੋਕ ਸਾਰਿਆਂ ਦਾ ਹਿੱਸਾ ਹੁੰਦਾ ਹੈ, ਖੇਡਾਂ ਵਾਲਿਆਂ ਦਾ ਵੀ ਔਰ ਤਕਰੀਰਾਂ ਵਾਲਿਆਂ ਦਾ ਵੀ, ਬੱਚਿਆਂ ਦਾ ਵੀ, ਸਿਆਣਿਆਂ ਦਾ ਵੀ, ਤੇ ਕਿਸੇ ਨੂੰ ਗਰੋ ਕਰਨਾ ਨਹੀਂ ਚਾਹੀਦਾ। ਤੇ ਇਹ ਬਸ ਰਿਕੁਐਸਟ ਹੈ ਮੇਰੀ ਕਿ ਯਾਰ ਜਿਸ ਤਰ੍ਹਾਂ ਤੁਸੀਂ ਹੋਰ ਕੰਮ ਕਰਦੇ ਹੋ, ਇੱਧਰ ਵੀ ਜ਼ਰਾ ਗੌਰ ਕਰਨਾ ਚਾਹੀਦਾ। ਸਾਡੀ ਅਕੈਡਮੀ ਹੋਣੀ ਚਾਹੀਦੀ ਹੈ, ਬਾਕਾਇਦਾ ਤਾਲੀਮ ਉੱਥੇ ਸ਼ੁਰੂ ਹੋ ਜਾਏ ਹਾਂਜੀ, ਜਿਹੜੇ ਸ਼ੌਕੀਆ ਫਨਕਾਰ ਨੇ, ਤਾਂ ਕਿ ਸ਼ਹਿਰ ਦਾ ਨਾਮ ਰੋਸ਼ਨ ਕਰੋ ਤੇ ਅੱਗੇ ਵਧਣ। ਸੁਰ ਜ਼ਿੰਦਗੀ ਹੈ ਤੇ ਸੁਰ ਤਹਿਜ਼ੀਬ ਹੈ। ਜਿਹੜਾ ਮੁਆਸ਼ਰਾ ਸੁਰ ਨਾਲੋਂ ਜਾਂ ਤਹਿਜ਼ੀਬ ਦੇ ਦਾਇਰੇ ਤੋਂ
ਬਾਹਰ ਨਿਕਲ ਜਾਂਦਾ ਹੈ, ਯਕੀਨਨ ਉਹ ਗੁੱਸੀਲਾ ਮੁਆਸ਼ਰਾ ਹੈ। ਅੱਜ ਅਸੀਂ ਦੇਖਦੇ ਹਾਂ ਕਿ 6.5-7 ਕਰੋੜ ਨੌਜਵਾਨ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਸਿਆਸੀ ਤੌਰ ਤੇ ਇੱਕ ਦੂਜੇ ਨਾਲ ਦਸਤੋ ਗਿਰੇਬਾਂ ਹੈ। ਅੱਜ ਇਹ ਵਕਤ ਦੀ ਜ਼ਰੂਰਤ ਹੈ ਕਿ ਕਲਾਸੀਕਲ ਮੌਸੀਕੀ ਦੇ ਇਹਨਾਂ ਸੁਰਾਂ ਨੂੰ ਆਪਣੇ ਅੰਦਰ ਢਾਲਿਆ ਜਾਏ ਤੇ ਇੱਕ ਐਸਾ ਮੁਆਸ਼ਰਾ ਤਸ਼ਕੀਲ ਦਿੱਤਾ ਜਾਏ ਜਿਹੜਾ ਪੁਰਸਰੂਰ ਮੁਆਸ਼ਰਾ ਹੈ। ਜਿਸ ਤਰ੍ਹਾਂ ਇਹ ਕਹਿ ਰਹੇ ਸਨ ਕਿ ਨੌਜਵਾਨਾਂ ਨੂੰ ਇਹਨਾਂ ਨੇ ਭਰਪੂਰ ਦਾਵਤ ਦਿੱਤੀ ਹੈ ਕਿ ਉਹ ਆਣ ਤੇ ਮੌਸੀਕੀ ਦੀ ਜਿਹੜੀ ਬੁਨਿਆਦੀ ਨਕਾਤ ਤੇ ਚੀਜ਼ਾਂ ਨੇ ਉਹ ਇਹਨਾਂ ਕੋਲੋਂ ਸਿੱਖ ਸਕਦੇ ਨੇ। ਆਪਣੇ ਕੋਈ ਜਾਨਸ਼ੀਨ ਵੀ ਤੁਸੀਂ ਮੁਤਾਰਫ ਕਰਵਾਏ ਜਿਹੜੇ ਤੁਹਾਡੇ ਨਾਲ ਨੇ ਇਸ ਟਾਈਮ, ਤੇ ਸਾਡੇ ਨਾਲ ਤਬਲੇ ਦੇ ਦੋਸਤ ਬੈਠੇ ਨੇ ਤੇ ਤੁਹਾਡੇ ਨਾਲ ਇੱਕ ਨੌਜਵਾਨ ਬੈਠੇ ਨੇ, ਇੱਕ ਨੌਜਵਾਨ ਮੇਰੇ ਨਾਲ ਬੈਠੇ ਨੇ। ਇਹਨਾਂ ਦੇ ਵੱਲ ਥੋੜਾ ਜਿਹਾ ਕੋਈ ਤਾਰਫ ਕਰਾਓ ਕਿ ਇਹਨਾਂ ਨੂੰ ਤੁਸੀਂ ਮਾਸ਼ਾਅੱਲਾ ਜਿਹੜੀ ਤਰਬੀਅਤ ਦਿੱਤੀ ਹੈ, ਇਹਨਾਂ ਦੇ ਕੋਲੋਂ ਵੀ ਅਸੀਂ ਸੁਣਨੇ ਆ, ਇਹਨਾਂ ਦੇ ਬਾਰੇ ਥੋੜਾ ਜਿਹਾ ਤਾਰਫ ਕਰਵਾ ਦਿਓ। नबील है जी, मेरा भांजा है। वो हमजा है, वो भी मेरा भांजा है। मेरा छोटा भाई है। ते माशाल्लाह इतने खूबसूरत गाते ने, गायक बड़े अच्छे ने, बेहतरीन ने। ते ये मेरे बड़े प्यारे दोस्त, बहुत कदीमी, और इन्हां दी महफिलां, इन्हां ने बड़ियां साड़ियां महफिलां करवाइयां, बड़े प्रोग्राम करवाए, अवार्ड हासिल किए इन्होंने को, इन्हें लैके दिते। और खालिद महमूद आसी साहब शायर पंजाबी दे बेहतरीन, बल्कि मेरी बैठक और मेरी कंपनी इन्हां दे नाल है। उस्ताद सलामत अली खान साहब की गुफ्तगू जारी है। मैं अपने व्यूअर्स ने दसना चाहना कि कैमरे दे इस साइड दे थानू उस्ताद सलामत अली खान साहब ते उन्हां दे शागिर्दान ਜਿਹੜੇ ਨੇ ਉਹਨਾਂ ਦੇ ਭਾਈ ਇਹ ਨਜ਼ਰ ਆ ਰਹੇ ਨੇ, ਲੇਕਿਨ ਕੈਮਰੇ ਦੀ ਬੈਕ ਸਾਈਡ ਦੇ ਉੱਤੇ ਸਾਡੇ ਕੋਲੇ ਪੂਰੀ ਆਡੀਅנס ਜਿਹੜੀ ਹੈ ਪਸਰੂਰ ਦੇ ਮੌਸੀਕੀ ਨਾਲ ਦਿਲਚਸਪੀ ਰੱਖਣ ਵਾਲੇ ਵੀ ਮੌਜੂਦ ਨੇ। ਤੇ ਅੱਜ ਮੈਂ ਸ਼ੁਕਰੀਆ ਅਦਾ ਕਰਨਾ ਖਾਲਿਦ ਮਹਿਮੂਦ ਆਸੀ ਸਾਹਿਬ ਦਾ। ਇਹ ਮੁਹੱਕਕ ਨੇ, ਸ਼ਾਇਰ ਨੇ, ਦਾਨਿਸ਼ਵਰ ਤੇ ਗੀਤ ਨਗਾਰ ਨੇ। ਇਹ ਇਹਨਾਂ ਦੇ ਬੰਦੋਬਸਤ ਤੇ ਅੱਜ ਅਸੀਂ ਇਹਨਾਂ ਦੇ ਨਾਲ ਸਲਾਮਤ ਅਲੀ ਖਾਨ ਸਾਹਿਬ ਨਾਲ ਖਸੂਸੀ ਮੀਟਿੰਗ ਕੀਤੀ। ਇਹਨਾਂ ਦਾ ਖਸੂਸੀ ਇੰਟਰਵਿਊ ਖਾਲਿਦ ਆਸੀ ਸਾਹਿਬ ਨੇ ਅਰੇਂਜ ਕੀਤਾ ਹੈ। ਇਹਨਾਂ ਨੂੰ ਇੱਕ ਦਫਾ ਫਿਰ ਮੈਂ ਇਹਨਾਂ ਨੂੰ ਮੁਬਾਰਕਬਾਦ ਪੇਸ਼ ਕਰਨਾ ਤੇ ਇਹਨਾਂ ਦਾ ਸ਼ੁਕਰੀਆ ਵੀ ਅਦਾ ਕਰਨਾ ਕਿ ਇਹਨਾਂ ਨੇ ਪਸਰੂਰ ਦਾ ਇੱਕ ਐਡਾ ਵੱਡਾ ਨਾਂ, ਜਿਹਨੇ ਪਸਰੂਰ ਦਾ ਨਾਂ ਪੂਰੀ ਦੁਨੀਆ ਦੇ ਪਾਕਿਸਤਾਨ ਦੇ ਮੁਤਾਰਫ ਕਰਾਇਆ, ਅੱਜ ਇਸ ਕੈਮਰੇ ਦੀ ਰਾਹੀਂ, ਅੱਜ ਇੱਕ ਸੁਰ ਦੇ ਪ੍ਰੋਗਰਾਮ ਦੀ ਰਾਹੀਂ ਤੁਸੀਂ ਇਹਨਾਂ ਨੂੰ ਸੁਣ ਰਹੇ ਹੋ।